ਕਿਸੇ ਦੀ ਵੀ ਪ੍ਰਾਈਵੇਸੀ ਦੇ ਵਿੱਚ ਦਿੱਤਾ ਗਿਆ ਦਖਲ ਇੱਕ ਬਹੁਤ ਹੀ ਗੰਭੀਰ ਮਸਲਾ ਹੈ ਤੇ ਜਦੋਂ ਇਹ ਗੱਲ ਆ ਜਾਂਦੀ ਹੈ ਤੁਹਾਡੇ ਪਰਿਵਾਰ ਦੀ ਸੁਰੱਖਿਆ ਤੇ ਤੁਹਾਡੀ ਪ੍ਰਾਈਵੇਸੀ ਤੇ ਤਾਂ ਇਸ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾਣਾ ਜ਼ਰੂਰੀ ਹੋ ਜਾਂਦਾ ਹੈ। ਹਾਲ ਹੀ ਦੇ ਵਿੱਚ ਵੈਨਕੂਵਰ ਦੇ ਸਨਸ਼ਾਈਨ ਕੋਸਟ ਤੇ ਵਾਪਰੀ ਇੱਕ ਘਟਨਾ ਨੇ ਸਭ ਦਾ ਧਿਆਨ ਖਿੱਚਿਆ। ਇੱਕ ਲੜਕੀ ਜੋ ਆਪਣੇ ਦੋਸਤਾਂ ਦੇ ਨਾਲ ਆਪਣਾ ਜਨਮ ਦਿਨ ਮਨਾਉਣਾ ਚਾਹੁੰਦੀ ਸੀ, ਉਸਨੇ 에ਅਰਬੀਐਨਬੀ ਦੇ ਰਾਹੀਂ ਇੱਕ ਪ੍ਰਾਪਰਟੀ ਬੁੱਕ ਕੀਤੀ ਜਿਸ ਵਿੱਚ ਉਹਨਾਂ ਨੇ 2 ਦਿਨ ਠਹਿਰਨਾ ਸੀ। ਜਦ ਉੱਥੇ ਦੂਸਰਾ ਦਿਨ ਸੀ ਤਾਂ ਇੱਕ ਵਾਸ਼ਰੂਮ ਦੇ ਪਲੱਗ ਦੇ ਵਿੱਚ ਇੱਕ ਹਿਡਨ ਕੈਮਰਾ ਇੱਕ ਲੜਕੀ ਦੇ ਵੱਲੋਂ ਦੇਖਿਆ ਗਿਆ ਜੋ ਕਿ ਸਿੱਧਾ ਸ਼ਾਵਰ ਵੱਲ ਫੋਕਸ ਕੀਤਾ ਗਿਆ ਸੀ। ਇਸ ਤਰ੍ਹਾਂ ਦੀ ਘਟਨਾ ਦਾ ਸਾਹਮਣੇ ਆਉਣਾ ਆਪਣੇ ਆਪ ਦੇ ਵਿੱਚ ਦਿਲ ਨੂੰ ਕੰਬਾ ਦੇਣ ਵਾਲਾ ਹੁੰਦਾ ਹੈ ਤੇ ਤੁਹਾਡੇ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ ਹੈ। ਹਾਲ ਹੀ ਦੇ ਵਿੱਚ ਇੱਕ ਸਰਵੇ ਦੇ ਵਿੱਚ hotelengine.com ਨੇ ਇਹ ਪਬਲਿਸ਼ ਕੀਤਾ ਹੈ ਕਿ 11% ਲੋਕਾਂ ਨੇ ਇਹ ਰਿਪੋਰਟ ਕੀਤਾ ਹੈ ਕਿ ਜਿੱਥੇ ਉਹ ਠਹਿਰੇ ਉਹਨਾਂ ਹੋਟਲਸ ਦੇ ਵਿੱਚ ਜਾਂ 에ਅਰਬੀਐਨਬੀ ਦੇ ਵਿੱਚ ਉਹਨਾਂ ਨੂੰ ਹਿਡਨ ਕੈਮਰੇ ਮਿਲੇ। ਹਿਡਨ ਕੈਮਰੇ ਅਕਸਰ ਜਾਂ ਤਾਂ ਕਲੌਕ ਦੇ ਵਿੱਚ ਜਾਂ ਕਿਸੇ ਪੇਂਟਿੰਗ ਦੇ ਵਿੱਚ ਜਾਂ ਕਿਸੇ ਲੈਂਪ ਦੇ ਅੰਦਰ ਤੇ ਜਾਂ ਇਸ ਤਰ੍ਹਾਂ ਦੇ ਕਿਸੇ ਹੋਰ ਸਮਾਨ ਦੇ ਵਿੱਚ ਲੁਕਾ ਕੇ ਰੱਖੇ ਹੋ ਸਕਦੇ ਨੇ। ਜਦੋਂ ਵੀ ਆਪਾਂ ਆਪਣੇ ਪਰਿਵਾਰ ਦੇ ਨਾਲ ਛੁੱਟੀਆਂ ਦੇ ਵਿੱਚ ਕਿਤੇ ਘੁੰਮਣ ਜਾਂਦੇ ਆ ਤਾਂ ਕਿਸੇ ਹੋਟਲ ਦੇ ਵਿੱਚ ਜਾਂ 에ਅਰਬੀਐਨਬੀ ਦੇ ਵਿੱਚ ਰਹਿਣ ਸਮੇਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਿਆ ਜਾਵੇ, ਕਿਵੇਂ ਇਹਨਾਂ ਕੈਮਰਿਆਂ ਨੂੰ ਡਿਟੈਕਟ ਕੀਤਾ ਜਾਵੇ, ਇਹਦੇ ਲਈ ਕੁਝ ਇੱਕ ਪੁਆਇੰਟਸ ਨੂੰ ਧਿਆਨ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲੀ ਚੀਜ਼ ਆਉਂਦੀ ਹੈ ਕਿ ਕਮਰੇ ਦੀ ਫਿਜ਼ੀਕਲ ਇਨਸਪੈਕਸ਼ਨ ਕੀਤੀ ਜਾਵੇ ਤੇ ਫਿਜ਼ੀਕਲ ਇਨਸਪੈਕਸ਼ਨ ਦੇ ਵਿੱਚ ਤੁਹਾਡਾ ਬੈੱਡਰੂਮ ਤੇ ਤੁਹਾਡਾ ਵਾਸ਼ਰੂਮ ਦੋਨੇ ਸ਼ਾਮਲ ਹੋਣੇ ਚਾਹੀਦੇ ਆ। ਤੁਹਾਡੀਆਂ ਅੱਖਾਂ ਦੇ ਨਾਲ ਜਦੋਂ ਤੁਸੀਂ ਇਸ ਕਮਰੇ ਨੂੰ ਛਾਣੋਗੇ ਤਾਂ ਧਿਆਨ ਰੱਖਣਾ ਕਿ ਕਿਸੇ ਵੀ ਜਗ੍ਹਾ ਦੇ ਉੱਤੇ ਟਿਮਟਿਮਾਉਂਦੀ ਹੋਈ ਕੋਈ ਰੋਸ਼ਨੀ ਇੱਕ ਖਤਰੇ ਦਾ ਨਿਸ਼ਾਨ ਹੋ ਸਕਦੀ ਹੈ। ਬਾਥਰੂਮ ਦੇ ਵਿੱਚ ਜਿਹੜੀਆਂ ਜਗ੍ਹਾ ਆਪਾਂ ਪਹਿਲਾਂ ਮੈਂਸ਼ਨ ਕੀਤੀਆਂ ਜਿਵੇਂ ਕਿ ਇੱਕ ਥਰਮੋਸਟੈਟ ਹੋ ਸਕਦਾ ਹੈ, ਸਮੋਕ ਡਿਟੈਕਟਰ ਹੋ ਸਕਦਾ ਹੈ, ਪਲੱਗ ਵਾਲੇ ਹੋਲ ਹੋ ਸਕਦੇ ਨੇ ਜਾਂ ਕੋਈ ਅਪਲਾਇੰਸ ਇਸ ਤਰ੍ਹਾਂ ਦਾ ਹੋ ਸਕਦਾ ਹੈ ਜੋ ਸ਼ੱਕ ਦੇ ਘੇਰੇ ਵਿੱਚ ਆਉਂਦਾ ਹੋਵੇ। ਬੈੱਡਰੂਮ ਦੇ ਵਿੱਚ ਕਲੌਕ, ਰੇਡੀਓ ਤੇ ਲੱਗੀਆਂ ਹੋਈਆਂ ਸੀਨਰੀਜ਼ ਦੇ ਉੱਤੇ ਖਾਸ ਤੌਰ ਤੇ ਧਿਆਨ ਦਿੱਤਾ ਜਾਣਾ ਜ਼ਰੂਰੀ ਹੈ। ਈਵਨ ਪੱਖੇ ਦੇ ਆਸ-ਪਾਸ ਵੀ ਦੇਖਿਆ ਜਾਣਾ ਜ਼ਰੂਰੀ ਹੈ ਕਿਉਂਕਿ ਸੀਲਿੰਗ ਦੇ ਵਿੱਚੋਂ ਕਈ ਤਰ੍ਹਾਂ ਦੇ ਅਪਲਾਇੰਸ ਜਿਹੜੇ ਹੈਗੇ ਆ ਉਹਨਾਂ ਨੂੰ ਫਿਕਸ ਕੀਤਾ ਜਾ ਸਕਦਾ ਹੈ। ਕਮਰੇ ਦੇ ਵਿੱਚ ਲੱਗੀਆਂ ਹੋਈਆਂ ਲਾਈਟਸ, ਲੈਂਪਸ ਤੇ ਇਥੋਂ ਤੱਕ ਕਿ ਨੈਪਕਿਨ ਸਟੈਂਡ ਤੇ ਨੈਪਕਿਨ ਵਾਲੀਆਂ ਡੱਬੀਆਂ ਉਹਨਾਂ ਨੂੰ ਵੀ ਧਿਆਨ ਨਾਲ ਵੇਖਿਆ ਜਾਣਾ ਜ਼ਰੂਰੀ ਹੈ। ਜੋ ਵੀ ਆਬਜੈਕਟ ਤੁਹਾਨੂੰ ਕਮਰੇ ਦੇ ਵਿੱਚ ਇਸ ਤਰ੍ਹਾਂ ਦਾ ਲੱਗੇ ਕਿ ਇਹ ਵਾਧੂ ਹੈ ਜਾਂ ਇਸ ਦਾ ਉੱਥੇ ਹੋਣਾ ਨਹੀਂ ਬਣਦਾ ਜਿਸ ਜਗ੍ਹਾ ਤੇ ਉਸ ਨੂੰ ਰੱਖਿਆ ਗਿਆ ਤਾਂ ਉਸ ਨੂੰ ਚੱਕ ਕੇ ਡਰਾਅਰ ਦੇ ਵਿੱਚ ਰੱਖ ਦਿਓ ਜਾਂ ਉਸ ਨੂੰ ਛੁਪਾ ਦਿਓ। ਦੂਸਰਾ ਤਰੀਕਾ ਹੈ ਕਿ ਆਪਣੇ ਮੋਬਾਈਲ ਦੀ ਫਲੈਸ਼ ਲਾਈਟ ਦੇ ਨਾਲ ਤੁਸੀਂ ਇਸ ਨੂੰ ਕਿਵੇਂ ਡਿਟੈਕਟ ਕਰ ਸਕਦੇ ਹੋ। ਕਮਰੇ ਦੀਆਂ ਸਾਰੀਆਂ ਲਾਈਟਾਂ ਬੰਦ ਕਰੋ, ਮੋਬਾਈਲ ਦੀ ਫਲੈਸ਼ ਲਾਈਟ ਆਨ ਕਰੋ। ਕੈਮਰਾ ਜਿੰਨਾ ਮਰਜ਼ੀ ਛੋਟਾ ਹੋਵੇ ਲੇਕਿਨ ਉਸ ਦਾ ਲੈਂਸ ਹਮੇਸ਼ਾ ਲਾਈਟ ਨੂੰ ਰਿਫਲੈਕਟ ਕਰੇਗਾ। ਹਨੇਰੇ ਦੇ ਵਿੱਚ ਜਦੋਂ ਤੁਸੀਂ ਆਪਣੇ ਫਲੈਸ਼ ਦੇ ਨਾਲ ਕਮਰੇ ਨੂੰ ਸਕੈਨ ਕਰੋਗੇ ਤਾਂ ਜਿੱਥੋਂ ਵੀ ਕਿਤੋਂ ਤੁਹਾਨੂੰ ਛੋਟੀ ਜਿਹੀ ਵੀ ਰਿਫਲੈਕਸ਼ਨ ਮਿਲੇ ਤਾਂ ਉਸੇ ਵੇਲੇ ਉਸ ਜਗ੍ਹਾ ਨੂੰ ਚੰਗੀ ਤਰ੍ਹਾਂ ਨਾਲ ਪੜਤਾਲ ਕਰੋ। ਕਿਤੇ ਕੈਮਰਾ ਤਾਂ ਨਹੀਂ, ਕਿਤੇ ਕੋਈ ਛੁਪਿਆ ਹੋਇਆ ਕੈਮਰਾ ਤਾਂ ਨਹੀਂ। ਅੱਜ ਕੱਲ੍ਹ ਦੇ ਸਮੇਂ ਵਿੱਚ ਆਨਲਾਈਨ ਬਾਜ਼ਾਰ ਦੇ ਵਿੱਚ ਬੇਅੰਤ ਗੈਜਟ ਮੌਜੂਦ ਨੇ ਜੋ ਤੁਹਾਡੀ ਸਹਾਇਤਾ ਕਰ ਸਕਦੇ ਨੇ। ਆਨਲਾਈਨ ਜਾ ਕੇ RF ਡਿਟੈਕਟਰ ਕਰਕੇ ਜੇ ਤੁਸੀਂ ਕੋਈ ਡਿਵਾਈਸ ਲੱਭੋਗੇ ਤਾਂ ਤੁਹਾਨੂੰ ਇੱਕ ਲੰਬੀ ਰੇਂਜ ਦੇ ਵਿੱਚ ਬਹੁਤ ਸਾਰੀਆਂ ਡਿਵਾਈਸਿਸ ਜਿਹੜੀਆਂ ਹੈਗੀਆਂ ਉਹ ਮਿਲ ਜਾਣਗੀਆਂ ਜਿਸ ਦੇ ਨਾਲ ਤੁਸੀਂ ਉਸ ਕਮਰੇ ਨੂੰ ਸਕੈਨ ਕਰ ਸਕਦੇ ਹੋ ਤੇ ਜੇ ਉੱਥੇ ਇਸ ਤਰ੍ਹਾਂ ਦਾ ਕੋਈ ਆਬਜੈਕਟ ਜੋ ਸਿਗਨਲ ਜਾਂ ਰਿਕਾਰਡਿੰਗ ਕਰ ਰਿਹਾ ਹੋਵੇ ਜਾਂ ਸਿਗਨਲ ਰਿਫਲੈਕਟ ਕਰ ਰਿਹਾ ਹੋਵੇ ਤੁਸੀਂ ਉਸ ਨੂੰ ਡਿਟੈਕਟ ਕਰ ਪਾਓਗੇ। ਮੋਬਾਈਲ ਦੇ ਵਿੱਚ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਐਪਸ ਮੌਜੂਦ ਨੇ ਜਿਨ੍ਹਾਂ ਦੇ ਨਾਲ ਇਸ ਤਰ੍ਹਾਂ ਦੀਆਂ ਡਿਵਾਈਸਿਸ ਨੂੰ ਡਿਟੈਕਟ ਕੀਤਾ ਜਾ ਸਕਦਾ ਹੈ। ਫੋਰ ਐਗਜ਼ਾਮਪਲ ਡਿਟੈਕਟੀਫਾਈ, ਰਡਾਰ ਬੋਟ ਤੇ ਹੋਰ ਵੀ ਬਹੁਤ ਸਾਰੀਆਂ। ਜੇਕਰ ਤੁਸੀਂ ਐਂਡਰੋਇਡ ਦੇ ਵਿੱਚ ਜਾ ਕੇ ਇਸ ਨੂੰ ਸਰਚ ਕਰੋਗੇ ਤਾਂ ਤੁਹਾਨੂੰ ਬਹੁਤ ਸਾਰੀਆਂ ਐਪਸ ਮਿਲਣਗੀਆਂ ਜਿਨ੍ਹਾਂ ਦੇ ਨਾਲ ਇਸ ਤਰ੍ਹਾਂ ਦੇ ਆਬਜੈਕਟਸ ਨੂੰ ਇੱਕ ਖਾਸ ਦਾਇਰੇ ਦੇ ਅੰਦਰ ਡਿਟੈਕਟ ਕੀਤਾ ਜਾ ਸਕਦਾ ਹੈ। ਹਾਂ, ਇੱਕ ਹੋਰ ਜਗ੍ਹਾ ਜਿੱਥੇ ਸਾਡਾ ਧਿਆਨ ਨਹੀਂ ਜਾਂਦਾ, ਅਕਸਰ ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਆਪਾਂ ਅਖਬਾਰਾਂ ਦੇ ਵਿੱਚ ਪੜ੍ਹੀਆਂ ਸੁਣੀਆਂ ਕਿ ਟਰਾਈ ਰੂਮ ਦੇ ਵਿੱਚ ਸ਼ੀਸ਼ੇ ਦੇ ਪਿੱਛੇ ਕੈਮਰਾ ਲੱਗਿਆ ਹੋਇਆ ਸੀ। ਜਦ ਵੀ ਕਿਸੇ ਪਬਲਿਕ ਪਲੇਸ ਦੇ ਉੱਤੇ ਤੁਸੀਂ ਕਿਸੇ ਮਿਰਰ ਦਾ ਯਾਨੀ ਸ਼ੀਸ਼ੇ ਦਾ ਇਸਤੇਮਾਲ ਕਰੋ ਤਾਂ ਉਸ ਜਗ੍ਹਾ ਦੇ ਉੱਤੇ ਵੀ ਇੰਸਪੈਕਟ ਕਰਨਾ ਬਹੁਤ ਜ਼ਰੂਰੀ ਹੈ। ਜੇਕਰ ਲਾਈਟ ਬੰਦ ਕਰਨ ਤੇ ਸ਼ੀਸ਼ੇ ਦੇ ਪਿੱਛੋਂ ਕੋਈ ਟਿਮਟਿਮਾਉਂਦੀ ਰੋਸ਼ਨੀ ਦਿਖੇ ਤਾਂ ਸਮਝ ਜਾਓ ਕਿ ਉਹ ਕੈਮਰਾ ਹੈ। ਹਾਂ, ਇੱਕ ਹੋਰ ਪੁਰਾਣੀ ਟੈਕਨੀਕ ਹੈ। ਤੁਸੀਂ ਸ਼ੀਸ਼ੇ ਦੇ ਉੱਪਰ ਜਦ ਆਪਣੀ ਉਂਗਲ ਰੱਖੋਗੇ, ਸ਼ੀਸ਼ੇ ਦੇ ਉੱਪਰ ਆਪਣੀ ਉਂਗਲ ਦੀ ਟਿਪ ਰੱਖੋਗੇ, ਜੇਕਰ ਤੁਹਾਡੀ ਉਂਗਲ ਦੀ ਟਿਪ ਅਤੇ ਉਸ ਦੇ ਬਣ ਰਹੇ ਇਮੇਜ ਦੇ ਦਰਮਿਆਨ ਬਹੁਤ ਮਹੀਨ ਗੈਪ ਹੈ ਤਾਂ ਸਮਝ ਜਾਓ ਕਿ ਇਹ ਮਿਰਰ 2-ਵੇ ਮਿਰਰ ਹੋ ਸਕਦਾ ਹੈ। ਇਸ ਦੇ ਪਿੱਛੋਂ ਕੋਈ ਅੱਖ ਤੁਹਾਨੂੰ ਦੇਖਦੀ ਹੋ ਸਕਦੀ ਹੈ। ਜੇ ਉਸ ਦੇ ਵਿੱਚ ਸ਼ੀਸ਼ੇ ਦੀ ਮੋਟਾਈ ਦੇ ਬਰਾਬਰ ਗੈਪ ਦਿਖੇ ਤਾਂ ਇਹ ਸ਼ੀਸ਼ਾ ਸੇਫ ਹੋ ਸਕਦਾ ਹੈ। ਜੇਕਰ ਉਹ ਗੈਪ ਨਹੀਂ ਤਾਂ ਤੁਹਾਨੂੰ ਸਤਰਕ ਹੋਣਾ ਚਾਹੀਦਾ ਤੇ ਉਸ ਦੀ ਹੋਰ ਘੋਖ ਪੜਤਾਲ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਕਿਸੇ ਅਜਿਹੀ ਸਥਿਤੀ ਵਿੱਚ ਫਸ ਜਾਓ ਜਿੱਥੇ ਤੁਹਾਨੂੰ ਆਪਣੀ ਪ੍ਰਾਪਰਟੀ ਦੇ ਵਿੱਚ ਜਿੱਥੇ ਤੁਸੀਂ ਠਹਿਰੇ ਹੋਏ ਹੋ ਉੱਥੇ ਇੱਕ ਕੈਮਰਾ ਲੱਭ ਜਾਵੇ ਤਾਂ ਕਰਨਾ ਕੀ ਹੈ? ਇਮੀਡੀਏਟਲੀ ਉਸ ਕੈਮਰਾ ਨੂੰ ਅਨਪਲੱਗ ਕਰੋ। ਹਾਂ,
ਉਸ ਕੈਮਰਾ ਨੂੰ ਕਦੇ ਵੀ ਡਿਸਟਰੋਏ ਕਰਨ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਉਸ ਕੈਮਰੇ ਦੇ ਵਿੱਚ ਹੀ ਉਸ ਕੈਮਰੇ ਨੂੰ ਇੰਸਟਾਲ ਕਰਨ ਵਾਲੇ ਦੇ ਸਬੂਤ ਛੁਪੇ ਹੋ ਸਕਦੇ ਆ। ਸਭ ਤੋਂ ਪਹਿਲਾ ਕੰਮ ਬਣਦਾ ਹੈ ਕਿ ਡਿਟੈਕਟ ਕਰਨ ਤੋਂ ਤੁਰੰਤ ਬਾਅਦ ਫਰੰਟ ਡੈਸਕ ਨੂੰ ਸੂਚਿਤ ਕੀਤਾ ਜਾਵੇ। ਜੇ ਜ਼ਰੂਰਤ ਮਹਿਸੂਸ ਹੋਵੇ ਤਾਂ ਪੁਲਿਸ ਨੂੰ ਸੂਚਨਾ ਦੇਣੀ ਵੀ ਬਹੁਤ ਜ਼ਰੂਰੀ ਹੈ। ਜ਼ਰੂਰੀ ਨਹੀਂ ਕਿ ਕੋਈ ਵੀ ਹਿਡਨ ਕੈਮਰਾ ਉਸ ਪ੍ਰਾਪਰਟੀ ਦੇ ਓਨਰ ਜਾਂ ਉੱਥੋਂ ਦੇ ਸਟਾਫ ਨੇ ਇੰਸਟਾਲ ਕੀਤਾ ਹੋਵੇ। ਹਾਂ, ਤੁਹਾਡੇ ਤੋਂ ਪਹਿਲਾਂ ਰੁਕਿਆ ਹੋਇਆ ਕੋਈ ਹੋਰ ਇਨਸਾਨ ਵੀ ਇਹ ਕੰਮ ਕਰਕੇ ਜਾ ਸਕਦਾ ਹੈ। ਅਜੋਕੇ ਸਮੇਂ ਦੇ ਵਿੱਚ ਤਕਨੀਕ ਜਿੱਥੇ ਸਾਡੀ ਸੇਵਾ ਦੇ ਲਈ ਬਣਾਈ ਗਈ ਹੈ, ਉੱਥੇ ਤਕਨੀਕ ਤੋਂ ਸਾਵਧਾਨ ਰਹਿਣਾ ਵੀ ਬਹੁਤ ਜ਼ਰੂਰੀ ਹੈ। ਜਾਣਕਾਰ ਬਣੋ, ਸਤਰਕ ਰਹੋ ਤੇ ਸੁਰੱਖਿਅਤ ਰਹੋ। ਯਾਦ ਰੱਖੋ, ਤੁਸੀਂ ਆਪਣੇ ਘਰ ਦੀ ਸੁਰੱਖਿਆ ਵਿੱਚ ਨਹੀਂ ਹੋ,